प्यारे विद्यार्थियों, अज आपां जपजी साहिब के 5 खंडां बारे चर्चा करांगे। आपां हुण तक देखिया कि जिहड़ा हैगा जपजी साहिब बारे आपां जो भी चर्चा कीती है उस दे विच असीं जिहड़ी जानन दी कोशिश कीती है कि किस तरह जिहड़ा हैगा एक सचियार दे संकल्प नूं लैके चलिया होया जग्यासू मनुख पड़ावार पौड़ीवार स्टैप बाय स्टैप जिहड़ा हैगा 38 पौड़ियां दे राहीं विचरदा होया सचखंड की प्राप्ति वल अग्रसर आ। ਤਾਂ ਉਹ ਸੱਚਖੰਡ ਦੀ ਪ੍ਰਾਪਤੀ ਦੇ ਤੋਂ ਪਹਿਲਾਂ ਹੀ ਉਹ ਜਿਹੜੇ 4 ਖੰਡ ਮਿਲ ਕੇ ਸੱਚਖੰਡ ਅੰਤਿਮ ਖੰਡ 5 ਖੰਡ ਬਣ ਗਏ ਆ। ਤਾਂ ਉਹ 5 ਖੰਡਾਂ ਦੇ ਵਿੱਚ ਮਨੁੱਖ ਦੀ ਮਾਨਸਿਕ ਅਵਸਥਾ ਦਾ ਜਿਹੜਾ ਉਹ ਜ਼ਿਕਰ ਕੀਤਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਬ੍ਰਹਮ ਸ਼ਾਸਤਰ ਦੇ ਜਿਹੜੇ ਇਹ 5 ਖੰਡ ਜਿਹੜੇ ਬਹੁਤ ਮਹੱਤਤਾ ਰੱਖਦੇ ਆ, ਮਹੱਤਵਪੂਰਨ ਹੈਗੇ ਆ। ਅਤੇ ਇਹ ਖੰਡ ਜਿਹੜੇ ਹੈਗੇ ਆ ਪੌੜੀ ਨੰਬਰ 34 ਤੋਂ ਲੈ ਕੇ 37ਵੀਂ ਤੱਕ ਜਿਹੜਾ ਹੈਗਾ ਆਉਂਦੇ ਆ, ਵਰਣਿਤ ਕੀਤੇ ਗਏ ਆ। ਤਾਂ ਕਿਹੜੇ ਖੰਡ ਆ ਪਹਿਲਾਂ ਅਸੀਂ ਇਹਨਾਂ ਦੇ ਨਾਮ ਜਾਣਨ ਦੀ ਕੋਸ਼ਿਸ਼ ਕਰਾਂਗੇ। ਤਾਂ ਪਹਿਲਾ ਖੰਡ ਹੈ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ ਖੰਡ ਅਤੇ ਅੰਤਿਮ ਹੈ ਸੱਚਖੰਡ। ਹੁਣ ਖੰਡ ਸ਼ਬਦ ਕੀ ਹੈ? ਤਾਂ ਖੰਡ ਜਿਹੜਾ ਹੈਗਾ ਭਾਈ ਕਾਨ੍ਹ ਸਿੰਘ ਨਾਭਾ ਨੇ ਜਿਹੜਾ ਮਹਾਨ ਕੋਸ਼ ਵਿੱਚ ਖੰਡ ਦੇ ਅਰਥ ਜਿਹੜਾ ਟੁਕੜਾ ਜਾਂ ਭਾਗ ਜਾਂ ਕਾਂਡ ਇਹ ਦੱਸੇ ਹੈਗੇ ਆ। ਜਿਹੜਾ ਗੁਰਮਤ ਵਿਚਾਰਧਾਰਾ ਦੇ ਅਨੁਸਾਰ ਗੁਰਮਤ ਵਿਚਾਰਧਾਰਾ ਨੂੰ ਦਰਸ਼ਨ ਨੂੰ ਸਮਝਣ ਸਮਝਾਉਣ ਵਾਲੇ ਜਿਹੜੇ ਟੀਕਾਕਾਰ ਹੈ ਉਹ ਵੀ ਖੰਡ ਦੀ ਪ੍ਰਕਿਰਤੀ ਨੂੰ ਜਿਹੜਾ ਹੈਗਾ ਉਹ ਸਥੂਲ ਪ੍ਰਕਿਰਤੀ ਦੇ ਤੌਰ 'ਤੇ ਜਿਹੜਾ ਪੇਸ਼ ਕਰ ਰਹੇ ਆ। ਉਹਨਾਂ ਅਨੁਸਾਰ ਜਿਹੜਾ ਹੈਗਾ ਕਿ ਖੰਡ ਜਿਹੜੇ ਹੈਗੇ ਆ ਉਹ ਜਿਹੜਾ ਮਨੁੱਖ ਦੇ ਅੰਦਰ ਹੀ ਜਿਹੜੇ ਹੈਗੇ ਆ ਉਹ ਵਿਦਮਾਨ ਹੈਗੇ ਆ। ਜਿਵੇਂ ਰੇਤ ਹੁੰਦੀ ਆ, ਇੱਕ ਬਰਤਨ ਦੇ ਵਿੱਚ ਰੇਤ ਪਾਈ ਹੋਵੇ ਤਾਂ ਰੇਤ ਦੇ ਕਿਨਕਿਆਂ ਦੇ ਵਿਚਾਲੇ ਹਵਾ ਹੁੰਦੀ ਆ, ਅਤੇ ਜਦੋਂ ਪਾਣੀ ਪਾਓ ਤਾਂ ਹਵਾ ਜਿਹੜੀ ਹੈਗੀ ਆ ਜਿਹੜੀ ਪਾਣੀ ਹੈ ਉਹ ਉਸ ਹਵਾ ਦੇ ਕਾਰਨ ਜਿਹੜਾ ਉਸ ਵਿੱਚ ਸਮਾ ਜਾਂਦਾ। ਇਹ ਸਥੂਲ ਪ੍ਰਕਿਰਤੀ ਹੈ, ਇਸ ਸਥੂਲ ਪ੍ਰਕਿਰਤੀ ਦੀ ਇੱਕ ਉਦਾਹਰਣ ਆ। ਤਾਂ ਇਸੇ ਤਰ੍ਹਾਂ ਜਿਹੜੇ ਵਿਦਾਂਤੀ ਟੀਕਾਕਾਰ ਹੈਗੇ ਆ ਉਹਨਾਂ ਨੇ ਖੰਡਾਂ ਦੇ ਅਰਥ ਜਿਹੜੇ ਕਰਮਕਾਂਡਾਂ ਦੇ ਤੌਰ 'ਤੇ ਕੀਤੇ ਆ, ਕਰਮਕਾਂਡੀ ਅਰਥ ਕੀਤੇ ਆ। ਉਹਨਾਂ ਅਨੁਸਾਰ ਜਿਹੜਾ ਅਧਿਆਤਮਕ ਜੀਵਨ ਦੀ ਸਾਧਨਾ ਦੀਆਂ ਵਿਧੀਆਂ ਹੈਗੀਆਂ ਇਹ ਖੰਡ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਡਾਕਟਰ ਸ਼ੇਰ ਸਿੰਘ ਦੀ ਜਿਹੜਾ ਸ਼ੇਰ ਸਿੰਘ ਦੀਵਾਨਾ ਨੇ ਜਿਹੜਾ ਖੰਡਾਂ ਦੀ ਵਿਆਖਿਆ ਉਹ ਕੀਤੀ ਆ ਕਿ ਜਿਹੜਾ 5 ਡੰਡਿਆਂ ਵਾਲੀ ਪੌੜੀ ਕਿ ਜਿਸ ਤਰ੍ਹਾਂ ਮਨੁੱਖ ਇੱਕ ਪੌੜੀ ਤੋਂ ਦੂਸਰੀ ਪੌੜੀ ਚੜ੍ਹਦਾ ਔਰ ਫਿਰ ਜਿਹੜਾ ਹੈਗਾ ਉਸ ਮਾਨਸਿਕ ਅਵਸਥਾ ਦਾ ਉਹਨਾਂ ਨੇ ਜ਼ਿਕਰ ਕੀਤਾ। ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਜਿਹੜੇ ਪੇਸ਼ ਕੀਤੇ ਗਏ 5 ਖੰਡ ਹੈਗੇ ਆ ਇਹ ਹੋਰ ਧਰਮ ਗ੍ਰੰਥਾਂ ਦੇ ਜਿਹੜਾ ਜਾਂ ਮਤਾਂਤਰਾਂ ਦੇ ਜਿਹੜਾ ਰਹੱਸਵਾਦ ਹੈ ਉਹਨਾਂ ਨਾਲ ਮੇਲ ਖਾਂਦੇ ਆ। ਜਿਵੇਂ ਈਸਾਈ ਧਰਮ ਦੇ ਵਿੱਚ ਵੀ 5 ਆਤਮਿਕ ਪੜਾਵਾਂ ਦੀ ਜਿਹੜੀ ਗੱਲ ਕੀਤੀ ਗਈ ਆ, ਇਸੇ ਤਰ੍ਹਾਂ ਸੂਫੀ ਮਤ ਵਿੱਚ ਵੀ ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ ਆਦਿ ਜਿਹੜੇ ਹੈਗੀਆਂ 4 ਅਵਸਥਾਵਾਂ ਦੀ ਜ਼ਿਕਰ ਕੀਤਾ ਗਿਆ। ਤਾਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈਗਾ ਸਿੱਖ ਧਰਮ ਦੇ ਵਿੱਚ ਜਾਂ ਇਸ ਗੁਰਮਤ ਦੇ ਵਿੱਚ ਜਿਹੜਾ 5 ਖੰਡਾਂ ਦੁਆਰਾ ਜਿਹੜਾ ਹੈਗਾ ਗੁਰਮਤ ਰਹੱਸਵਾਦ ਦਾ ਜਿਹੜਾ ਇੱਕ ਨਵਾਂ ਮਾਡਲ ਪੇਸ਼ ਕੀਤਾ। ਤਾਂ ਜਪਜੀ ਵਿੱਚ ਇਹਨਾਂ 5 ਜਿਹੜੇ ਵੱਖ-ਵੱਖ ਖੰਡਾਂ ਦੀ ਜਿਹੜੀ ਪ੍ਰਕਿਰਤੀ ਅਤੇ ਲੱਛਣ ਜਿਹੜੇ ਹੈਗੇ ਆ ਉਹ ਅਸੀਂ ਪੌੜੀ ਵਾਈਜ਼ ਜਿਹੜਾ ਹੈਗਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਹੁਣ ਪਹਿਲਾ ਖੰਡ ਹੈ ਧਰਮ ਖੰਡ। ਤਾਂ ਧਰਮ ਖੰਡ ਦੇ ਵਿੱਚ ਜਿਹੜਾ ਹੈਗਾ ਜਿਵੇਂ ਆਪਾਂ ਜਿਹੜੀ 34ਵੀਂ ਪੌੜੀ ਦਾ ਜ਼ਿਕਰ ਕਰਾਂਗੇ ਕਿ ਰਾਤੀ ਰੁਤੀ ਥਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਈ। ਤਾਂ ਜਿਹੜਾ ਹੈਗਾ ਇਹ 34ਵੀਂ ਪੌੜੀ ਆ। ਤਾਂ ਆਪਾਂ ਧਰਮ ਖੰਡ ਦੀ ਗੱਲ ਸਪਸ਼ਟ ਕਰਨ ਲਈ 35ਵੀਂ ਪੌੜੀ ਦੀ ਪਹਿਲੀ ਤੁਕ ਧਰਮ ਖੰਡ ਕਾ ਇਹੋ ਧਰਮ, ਠੀਕ ਹੈ, ਇੱਥੋਂ ਇਹ ਕਲੀਅਰ ਹੁੰਦੀ ਆ। ਤਾਂ ਜਿਹੜਾ ਹੈਗਾ ਕਿ ਜਿਹੜਾ ਦੱਸਿਆ ਹੋਇਆ ਕਿ ਪਰਮਾਤਮਾ ਨੇ ਜਿਹੜਾ ਹੈਗਾ ਜਿਵੇਂ ਇਸ ਧਰਤੀ ਦੇ ਵਿੱਚ ਜਿਹੜਾ ਹੈਗਾ ਅਨੇਕ ਪ੍ਰਕਾਰ ਦੇ ਪ੍ਰਾਣੀ ਪੈਦਾ ਕੀਤੇ, ਜੀਵ ਪੈਦਾ ਕੀਤੇ ਅਤੇ ਇਸ ਧਰਤੀ 'ਤੇ ਰਹਿੰਦੇ ਹੋਏ ਹੀ ਮਨੁੱਖ ਜਿਹੜਾ ਹੈਗਾ ਉਹ ਕਈ ਤਰ੍ਹਾਂ ਦੇ ਕਰਮ ਕਰਦਾ। ਤਾਂ ਕਰਮਾਂ ਬਾਰੇ ਗੱਲ ਕੀਤੀ ਹੈ ਕਿ ਕਰਮ ਕਿਸ ਤਰ੍ਹਾਂ ਦੇ ਪ੍ਰਵਾਨ ਹੁੰਦੇ ਆ ਜਿਹੜੇ ਸਚਿਆਰੇ ਹੋਣ। ਮਨੁੱਖ ਹਰ ਤਰ੍ਹਾਂ ਦੇ ਕਰਮ ਕਰਦਾ ਆਪਣੀ ਸੋਚ ਮੁਤਾਬਕ, ਪਰ
ਜਿਹੜਾ ਗੁਰੂ ਨਾਨਕ ਦੇਵ ਜੀ ਜ਼ਿਕਰ ਕਰਦੇ ਆ ਕਿ ਉਹ ਕਰਮ ਹੀ ਜਿਹੜੇ ਪ੍ਰਵਾਨ ਹੁੰਦੇ ਆ ਜਿਹੜੇ ਸਚਿਆਰੇ ਹੋਣ। ਠੀਕ ਹੈ, ਕਿ ਧਰਮ ਖੰਡ ਕਾ ਇਹੋ ਧਰਮ। ਤਾਂ ਉਹੀ ਜਿਹੜਾ ਹੈਗਾ ਜਿਹੜੀ ਧਰਤੀ ਹੈ ਗੁਰੂ ਨਾਨਕ ਦੇਵ ਜੀ ਅਨੁਸਾਰ ਕਿ ਮਨੁੱਖ ਸਾਜ ਕੇ ਪਰਮਾਤਮਾ ਨੇ ਜੀਵ ਸਾਜ ਕੇ ਤਾਂ ਉਹਨਾਂ ਧਰਤੀ ਨੂੰ ਜਿਹੜਾ ਹੈਗਾ ਧਰਮਸ਼ਾਲ ਬਣਾ ਦਿੱਤਾ। ਭਾਵ ਕਿ ਇਸ ਧਰਤੀ ਦੇ ਉੱਪਰ ਰਹਿੰਦੇ ਹੋਏ ਮਨੁੱਖ ਆਪਦੇ ਚੰਗੇ ਬੁਰੇ ਕਰਮ ਕਰਦੇ ਆ, ਪਰੰਤੂ ਉਹ ਕਰਮ ਉਸ ਪਰਮਾਤਮਾ ਦੇ ਦਰਬਾਰ ਵਿੱਚ ਪ੍ਰਵਾਨੇ ਜਾਂਦੇ ਆ ਜਿਹੜੇ ਕਰਮ ਸਚਿਆਰੇ ਹੋਣ। ਠੀਕ ਹੈ, ਤਾਂ ਜਿਹੜਾ ਸਚਿਆਰੇ ਕਰਮ ਜਿਹੜਾ ਮਨੁੱਖ ਕਰਦਾ ਉਹਦੇ ਕਰਮ ਹੀ ਜਿਹੜਾ ਜਾਂ ਉਹ ਹੀ ਪ੍ਰਵਾਨਯੋਗ ਮਨੁੱਖ ਬਣਦਾ ਕਿ ਧਰਮ ਖੰਡ ਕਾ ਇਹੋ ਧਰਮ, ਜਿਹੜਾ ਇਸ ਖੰਡ ਦਾ ਇਹੋ ਹੀ ਧਰਮ ਹੈ ਕਿ ਧਰਤੀ ਦੇ ਉੱਪਰ ਰਹਿ ਕੇ ਮਨੁੱਖ ਸਚਿਆਰੇ ਕਰਮ ਕਰੇ। ਤਾਂ ਉਸ ਤੋਂ ਅਗਲਾ ਜਿਹੜਾ ਖੰਡ ਆਉਂਦਾ ਗਿਆਨ ਖੰਡ। ਤਾਂ ਗਿਆਨ ਖੰਡ ਦੇ ਵਿੱਚ ਕੀ ਹੈ ਕਿ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ। ਇਹ 35ਵੀਂ ਪੌੜੀ ਹੈ। ਔਰ ਗਿਆਨ ਖੰਡ में ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ। ਇਹ ਅਗਲੀ 36ਵੀਂ ਪੌੜੀ ਦੀ ਇਹ ਤੁਕ ਜਿਹੜੀ ਹੈਗੀ ਆ ਸਾਨੂੰ ਇਸ ਗੱਲ ਦਾ ਵਿਸਤਾਰ ਦਿੰਦੀ ਆ ਇਸ ਗਿਆਨ ਖੰਡ ਦਾ ਕਿ ਜੋ ਅਸੀਂ ਗੱਲ ਕਰ ਗਏ ਹਾਂ ਉਹ ਗਿਆਨ ਖੰਡ ਹੈ ਔਰ ਗਿਆਨ ਖੰਡ ਦੀ ਪ੍ਰਕਿਰਤੀ ਇਸ ਤਰ੍ਹਾਂ ਦੀ ਆ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਗਿਆਨ ਖੰਡ ਦੇ ਵਿੱਚ ਜਿਹੜੀ ਕੀ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਗਿਆਨ ਖੰਡ ਵਿੱਚ ਪਹੁੰਚ ਕੇ ਮਨੁੱਖ ਨੂੰ ਜਿਹੜੀ ਸੋਝੀ ਹੋ ਜਾਂਦੀ ਹੈ ਕਿ ਜਿਹੜਾ ਪਰਮਾਤਮਾ ਹੈ ਜਾਂ ਉਹ ਜਿਹੜੀ ਕੁਦਰਤ ਹੈ ਉਹ ਬਹੁਤ ਵਿਰਾਟ ਆ, ਬਹੁਤ ਬਚਿੱਤਰ ਹੈ ਔਰ ਉਸ ਬਚਿੱਤਰਤਾ ਦੇ ਸਾਹਮਣੇ ਜਿਹੜੇ ਮਨੁੱਖ ਦੀ ਹਸਤੀ ਨਿਗੂਣੀ ਹੈ, ਬਿਲਕੁਲ ਨਾ ਮਾਤਰ ਜਿਹੜੀ ਉਹਦੀ ਹਸਤੀ ਆ। ਅਤੇ ਜਦੋਂ ਉਸ ਨੂੰ ਆਪਦੀ ਲਘੂਤਾ ਦਾ ਆਪਦੀ ਇਸ ਹਸਤੀ ਦਾ ਬੋਧ ਹੋ ਜਾਂਦਾ ਗਿਆਨ ਖੰਡ ਦੇ ਵਿੱਚ ਮਨੁੱਖ ਨੂੰ, ਤਾਂ ਜਿਹੜਾ ਹੈਗਾ ਉਹਦਾ ਕਾਇਆ ਕਲਪ ਹੋ ਜਾਂਦਾ, ਭਾਵ ਉਸ ਨੂੰ ਆਪਣੇ ਆਪੇ ਬਾਰੇ ਜਿਹੜੀ ਸੋਝੀ ਮਿਲ ਜਾਂਦੀ ਆ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਜਿਹੜੀ ਇਸ ਗੱਲ ਦਾ ਵਿਸਤਾਰ ਸਾਨੂੰ 36ਵੀਂ ਪੌੜੀ ਦੀ ਇਹ ਪਹਿਲੀਆਂ ਲਾਈਨਾਂ ਦਿੰਦੀਆਂ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ। ਕਿ 36ਵੀਂ ਪੌੜੀ ਦੀਆਂ ਜਿਹੜੀਆਂ ਦੋ ਇਹ ਆਰੰਭਕ ਪੰਕਤੀਆਂ ਇਹਦੇ ਵਿੱਚ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਗਿਆਨ ਖੰਡ ਦੀ ਅਵਸਥਾ ਦਾ ਜਿਹੜਾ ਬਿਆਨ ਕਰ ਦਿੱਤਾ ਕਿ ਜਿੱਥੇ ਮਨੁੱਖ ਨੂੰ ਆਪਦੇ ਆਪੇ ਦਾ ਜਿਹੜਾ ਹੈਗਾ ਉਹ ਬੋਧ ਹੋ ਜਾਂਦਾ। ਤਾਂ ਉਸ ਤੋਂ ਅਗਲਾ ਖੰਡ ਆਉਂਦਾ ਸਰਮ ਖੰਡ। ਤਾਂ ਸਰਮ ਖੰਡ ਪਹਿਲਾਂ ਅਸੀਂ ਸਰਮ ਸ਼ਬਦ ਦਾ ਜਿਹੜਾ ਦੇਖੀਏ ਕਿ ਕੀ ਅਰਥ ਬਣਦੇ ਆ। ਸਰਮ ਦੇ ਅਰਥ ਹੈਗੇ ਆ ਉਦਮ, ਪਰਿਸ਼ਰਮ। ਤਾਂ ਇਸ ਦੇ ਵਿੱਚ ਕੀ ਹੈ, ਪਰਿਸ਼ਰਮ ਦੀ ਗੱਲ ਕਿਵੇਂ ਆਉਂਦੀ ਆ ਕਿ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕਿਆ ਗਲਾ ਕਥਿਆ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਨ ਬੁੱਧ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿਦਾ ਕੀ ਸੁਧ। ਕਿ ਜਿਹੜਾ ਹੈਗਾ ਜਿਹੜੀ ਜਿਵੇਂ ਡਾਕਟਰ ਸ਼ੇਰ ਸਿੰਘ ਨੇ ਜਿਹੜਾ ਹੈਗਾ ਇਹਦੇ ਗੱਲ ਕਰਦੇ ਹੋਏ ਇਹਦੇ ਬਾਰੇ ਲਿਖਿਆ ਹੈ ਕਿ ਪ੍ਰਤੱਖ ਅਨੁਭਵ ਅਤੇ ਗਿਆਨ ਅਨੁਭਵ ਦੁਆਰਾ ਜਦੋਂ ਸਚਿਆਰਥੀ ਜਿਹੜਾ ਜਗਿਆਸੂ ਮਨੁੱਖ ਦੀ ਜਿਹੜੀ ਮਾਨਸਿਕ ਉਸਾਰੀ ਮੁਕੰਮਲ ਹੋ ਜਾਂਦੀ ਹੈ ਤਾਂ ਉਹ ਰਚਨਾਤਮਕ ਰੁਚੀਆਂ ਨੂੰ ਵਿਕਸਿਤ ਕਰਨ ਵਾਲੇ ਸਰਮ ਖੰਡ ਵਿੱਚ ਆਉਂਦਾ ਹੈ। ਭਾਵ ਕਿ ਜਿਹੜਾ ਉਹ ਮਨੁੱਖ ਹੈ, ਜਿਹੜਾ ਜਗਿਆਸੂ ਮਨੁੱਖ ਹੈ, ਜਿਹੜਾ ਸਚਿਆਰਾ ਮਨੁੱਖ ਬਣਨ ਦਾ ਜਿਹੜਾ ਹੈਗਾ ਬਣਨ ਲਈ ਚੱਲਿਆ, ਪੌੜੀਆਂ ਵਾਈ ਚੱਲਿਆ, ਜਿਹਨੇ ਸੱਚਖੰਡ ਦੀ ਪ੍ਰਾਪਤੀ ਕਰਨੀ ਆ, ਉਸ ਮਨੁੱਖ ਦਾ ਜਿਹੜਾ ਸਰਮ ਖੰਡ ਦੇ ਵਿੱਚ ਮਾਨਸਿਕ ਅਵਸਥਾ ਕਿਸ ਤਰ੍ਹਾਂ ਦੀ ਹੁੰਦੀ ਆ। ਤਾਂ ਇਹ ਡਾਕਟਰ ਸ਼ੇਰ ਸਿੰਘ ਦੇ ਸ਼ਬਦਾਂ ਨਾਲ ਅਸੀਂ ਇਸ ਨੂੰ ਬਹੁਤ ਸੌਖੀ ਤਰ੍ਹਾਂ ਸਮਝ ਸਕਦੇ ਹਾਂ ਕਿ ਜਦੋਂ ਮਨੁੱਖ ਨੂੰ ਪ੍ਰਤੱਖ ਅਨੁਭਵ ਹੋ ਜਾਂਦਾ ਉਸ ਜਿਹੜੀ ਕੁਦਰਤ ਬਾਰੇ, ਜਿਹੜਾ ਉਸ ਨੂੰ ਪ੍ਰਤੱਖ ਜਿਹੜਾ ਆਦਾ ਮਾਨਸਿਕ ਅਨੁਭਵ ਹੋ ਜਾਂਦਾ ਔਰ ਉਸ ਨੂੰ ਗਿਆਨ ਹੋ ਜਾਂਦਾ, ਆਪਣੇ ਆਪੇ ਬਾਰੇ ਵੀ ਗਿਆਨ ਹੋ ਜਾਂਦਾ ਔਰ ਇਸ ਜਿਹੜੇ ਕੁਦਰਤ ਬਾਰੇ ਵੀ ਗਿਆਨ ਹੋ ਜਾਂਦਾ, ਤਾਂ ਉਸ ਦੀ ਜਿਹੜੀ ਮਾਨਸਿਕ ਉਸਾਰੀ ਜਿਹੜੀ ਹੈਗੀ ਆ ਉਹ ਮੁਕੰਮਲ ਹੋ ਜਾਂਦੀ ਆ। ਤਾਂ ਫਿਰ ਉਹ
ਇਸ ਮਾਨਸਿਕ ਉਸਾਰੀ ਦੀ ਮੁਕੰਮਲਤਾ ਦੇ ਨਾਲ ਜਿਹੜਾ ਹੈਗਾ ਜਿਹੜਾ ਉਦਮ ਕਰਨ ਦੇ ਰਸਤੇ ਉੱਪਰ ਚੱਲ ਪੈਂਦਾ। ਇਸ ਖੰਡ ਦੇ ਵਿੱਚ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਸਮਝਾਇਆ ਹੋਇਆ ਕਿ ਉੱਥੇ ਜਿਹੜਾ ਤਿੱਥੈ ਘੜੀਏ ਸੁਰਾ ਸਿਧਾ ਕੀ ਸੁਧ, ਫਿਰ ਉੱਥੇ ਉਸਦੀ ਬੁੱਧ ਜਿਹੜੀ ਹੈਗੀ ਆ ਜਾਂ ਸੁਧ ਜਿਹੜੀ ਹੈਗੀ ਆ ਉਹ ਘੜੀ ਜਾਂਦੀ ਆ। ਭਾਵ ਕਿ ਇਹਦੇ ਵਿੱਚ ਜਿਹੜਾ ਹੈਗਾ ਮਨੁੱਖ ਦਾ ਜਿਹੜਾ ਰੂਪਾਂਤਰਨ ਹੋ ਜਾਂਦਾ, ਉਹਦੇ ਜਿਹੜਾ ਹੈਗਾ ਉਹਦੇ ਮਾਨਸਿਕ ਅਵਸਥਾ ਦਾ ਰੂਪਾਂਤਰਨ ਹੋ ਜਾਂਦਾ ਕਿ ਜਿਸ ਤਰ੍ਹਾਂ ਜਿਹੜਾ ਹੈਗਾ ਦੇਵਤਿਆਂ ਅਤੇ ਸਿੱਧ ਪੁਰਖਾਂ ਦੀ ਚੇਤਨਾ ਦਾ ਨਿਰਮਾਣ ਜਿਹੜਾ ਇੱਥੋਂ ਹੀ ਕੀਤਾ ਜਾਂਦਾ। ਅਤੇ ਇਸੇ ਤਰ੍ਹਾਂ ਜਿਹੜਾ ਸਰਮਖੰਡ ਜਿਹੜਾ ਹੈਗਾ ਉਹਦੇ 'ਚ ਕੇਵਲ ਮਨੁੱਖ ਨੂੰ ਨਵਾਂ ਗਿਆਨ ਹੀ ਹਾਸਲ ਨਹੀਂ ਹੁੰਦਾ, ਉਸ ਦੇ ਅੰਦਰ ਜਿਹੜੀ ਹੈਗੀ ਆ ਬੁਰਿਆਈ ਹੈ, ਉਸ ਦੇ ਅੰਦਰ ਜਿਹੜੀਆਂ ਮਾੜੀਆਂ ਭਾਵਨਾਵਾਂ ਹੈ ਉਹਨਾਂ ਦਾ ਵੀ ਅੰਤ ਹੋ ਜਾਂਦਾ। ਤਾਂ ਅਗਲੀ ਅਵਸਥਾ ਹੈ ਕਰਮਖੰਡ। ਤਾਂ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨੇ ਕੋਈ ਹੋਰ, ਤਿੱਥੈ ਜੋਧ ਮਹਾਵਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨ ਕਤਨੇ ਜਾਏ, ਨਉ ਮਰੇ ਨ ਠਾਗੇ ਜਾਏ, ਜਿਨਕੈ ਰਾਮ ਬਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਈ। ਕਿ ਜਿਹੜਾ ਹੈਗਾ ਇਸ ਦੇ ਵਿੱਚ ਜਿਹੜਾ ਹੈਗਾ ਕਰਮ ਦੀ ਜਿਹੜੀ ਗੱਲ ਕੀਤੀ ਗਈ ਆ। ਤਾਂ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਜਿਹੜਾ ਕਰਮ ਨੂੰ ਉਹਨਾਂ ਨੇ ਅਮਲ ਦਾ ਦਰਜਾ ਦਿੱਤਾ ਕਿ ਹੁਣ ਤੱਕ ਦੀ ਜੋ ਮਨੁੱਖ ਦੀ ਮਾਨਸਿਕ ਅਵਸਥਾ ਦੀ ਉਸਾਰੀ ਹੋ ਚੁੱਕੀ ਆ, ਉਸ ਦੇ ਉੱਪਰ ਅਮਲ ਕਰਨ ਦਾ ਜਿਹੜਾ ਸਮਾਂ ਆ ਚੁੱਕਿਆ। ਉਹ ਮਨੁੱਖ ਜਿਹੜਾ ਹੈਗਾ ਹੁਣ ਕਿਸ ਤਰ੍ਹਾਂ ਦੇ ਅਮਲਾਂ ਦੇ ਵਿੱਚ ਜਿਹੜਾ ਹੈਗਾ ਪੈ ਕੇ ਕਿਸ ਤਰ੍ਹਾਂ ਦੇ ਜਿਹੜਾ ਹੈਗਾ ਪੋਜ਼ੀਟਿਵ ਕਰਮ ਕਰੂਗਾ। ਤਾਂ ਇਹ ਹੈ ਕਿ ਇਸ ਖੰਡ ਦੇ ਵਿੱਚ ਪਹੁੰਚ ਕੇ ਜਿਹੜਾ ਮਨੁੱਖ ਦੇ ਵਿੱਚ ਇਸ ਤਰ੍ਹਾਂ ਦੇ ਦੈਵੀ ਗੁਣ ਆ ਜਾਂਦੇ ਆ, ਇੱਕ ਸਚਿਆਰੇ ਮਨੁੱਖ ਦੇ ਜਿਹੜੇ ਹੈਗੇ ਆ ਉਹ ਸੰਪੂਰਨ ਗੁਣ ਆ ਜਾਂਦੇ ਆ ਕਿ ਮਨੁੱਖ ਆਪਣੇ ਆਪ ਦੇ ਵਿੱਚ ਉਸ ਕੁਦਰਤ ਦਾ ਰੂਪ ਬਣ ਜਾਂਦਾ, ਉਸ ਪਰਮਾਤਮਾ ਦਾ ਜਿਹੜਾ ਰੂਪ ਹੋ ਨਿਪੜਦਾ। ਤਾਂ ਅੰਤਿਮ ਜਿਹੜਾ ਖੰਡ ਹੈ ਉਹ ਸੱਚਖੰਡ ਹੈ, ਜਿਸ ਦੀ ਪ੍ਰਾਪਤੀ ਦੇ ਲਈ ਜਿਹੜਾ ਹੈਗਾ ਉਹ ਮਨੁੱਖ ਜਗਿਆਸੂ ਮਨੁੱਖ ਜਿਹੜਾ ਪਹਿਲੀ ਪੌੜੀ ਤੋਂ ਠੀਕ ਹੈ ਪਹਿਲੇ ਜਿਹੜਾ ਮੂਲ ਮੰਤਰ ਜਦੋਂ ਉਹ ਪੜ੍ਹਦਾ ਉਦੋਂ ਤੋਂ ਹੀ ਉਹ ਸੰਕਲਪ ਲੈ ਕੇ ਚੱਲ ਪੈਂਦਾ ਉਹ ਜਗਿਆਸੂ ਮਨੁੱਖ ਕਿ ਉਸਨੇ ਕਿਸ ਖੰਡ ਦੇ ਵਿੱਚ ਜਿਹੜਾ ਹੈਗਾ ਜਾਣਾ। ਤਾਂ ਉਸ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬਰਭੰਡ, ਜੇ ਕੋ ਕਥੈਤ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਤਨਾ ਕੜਾ ਸਾਰ। ਕਿ ਗੁਰੂ ਨਾਨਕ ਦੇਵ ਜੀ ਹੁਣ ਸੱਚਖੰਡ ਨੂੰ ਪਰਿਭਾਸ਼ਿਤ ਕਰਦੇ ਹੋਏ ਇਸ ਦੇ ਵਿੱਚ ਸਾਨੂੰ ਦੱਸ ਰਹੇ ਆ ਕਿ ਇਹ ਖੰਡ ਜਿਹੜਾ ਹੈਗਾ ਉਹ ਉਸ ਪਰਮਾਤਮਾ ਦਾ ਸਥਾਈ ਟਿਕਾਣਾ ਹੈ। ਇੱਥੋਂ ਹੀ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਚੱਲਦੀ ਆ ਅਤੇ ਇੱਥੇ ਹੀ ਮਨੁੱਖ ਜਿਹੜਾ ਹੈਗਾ ਉਹ ਜਗਿਆਸੂ ਮਨੁੱਖ ਪਹੁੰਚਣਾ ਚਾਹੁੰਦਾ, ਇਸ ਖੰਡ ਨੂੰ ਜਾਣਨਾ ਚਾਹੁੰਦਾ। ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਸਮਝ ਸਕਦੇ ਹਾਂ ਕਿ ਸਿੱਖ ਦਰਸ਼ਨ ਦੇ ਪ੍ਰਸੰਗ ਵਿੱਚ ਜਾਂ ਗੁਰਮਤਿ ਦੇ ਪ੍ਰਸੰਗ ਵਿੱਚ ਜਿਹੜਾ ਪੰਜ ਖੰਡਾਂ ਦਾ ਜਿਹੜਾ ਮਹੱਤਵ ਆ ਉਹ ਬਹੁਤ ਜਿਹੜਾ ਮਹੱਤਵਪੂਰਨ ਹੈ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਜਪਜੀ ਦੇ ਅੰਤ ਵਿੱਚ ਜਿਹੜਾ ਇਹਨਾਂ ਖੰਡਾਂ ਦਾ ਬਿਉਰਾ ਜਿਹੜਾ ਦਿੱਤਾ, ਜਿਹੜਾ ਕਿ ਉਹਨਾਂ ਦੀ ਕਾਵਿ ਕਲਾ ਦਾ ਜਿਹੜਾ ਲਾਸਾਨੀ ਗੁਣ ਆ ਕਿ ਅੰਤਮ ਜਿਹੜਾ ਪਹਿਲਾਂ ਉਹ ਜਗਿਆਸੂ ਮਨੁੱਖ ਚੱਲਦਾ ਰਹਿੰਦਾ ਔਰ ਅੰਤ ਦੇ ਵਿੱਚ ਕਿਵੇਂ ਜਿਹੜਾ ਹੈਗਾ ਉਹਨਾਂ ਨੇ ਖੰਡਾਂ ਦਾ ਬਿਉਰਾ ਕਰਕੇ ਸਾਧਕ ਨੂੰ ਜਿਹੜਾ ਸਹੀ ਦਿਸ਼ਾ ਨਿਰਦੇਸ਼ ਜਿਹੜੇ ਪੇਸ਼ ਕੀਤੇ ਆ। ਅਤੇ ਜਿਵੇਂ ਜਪਜੀ ਸਾਹਿਬ ਦਾ ਕੇਂਦਰੀ ਵਿਸ਼ਾ ਕੀ ਹੈ ਕਿ ਮਨੁੱਖ ਦਾ ਸਚਿਆਰਾ ਹੋਣਾ, ਸਚਿਆਰ ਅਵਸਥਾ ਤੱਕ ਪਹੁੰਚਣਾ ਔਰ ਉਸ ਅਵਸਥਾ ਤੱਕ ਪਹੁੰਚਣ ਲਈ ਜਿਹੜਾ ਹੈਗਾ ਉਸ ਸੰਪੂਰਨ ਮਨੁੱਖ ਦੀ ਪਦਵੀ ਨੂੰ ਹਾਸਲ ਕਰਨ ਦੇ ਲਈ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਪੰਜ ਖੰਡ ਪੇਸ਼ ਕੀਤੇ ਆ ਕਿ ਜਿਹੜਾ ਧਰਮ, ਗਿਆਨ, ਸਰਮ ਅਤੇ ਕਰਮ ਖੰਡਾਂ ਦੇ ਵਿੱਚੋਂ ਗੁਜ਼ਰਦੇ ਹੋਏ ਮਨੁੱਖ ਜਿਹੜਾ ਹੈਗਾ ਉਹ ਪਰਮਾਤਮਾ ਰੂਪ ਬਣ ਜਾਂਦਾ। ਇਸ ਤਰ੍ਹਾਂ ਜਿਹੜਾ ਪੰਜਾਂ ਖੰਡਾਂ ਦੇ ਵਿੱਚ ਜਿਹੜਾ ਗੁਰਸਿੱਖੀ ਜੀਵਨ ਜਾਚ ਦਾ ਪੂਰਨ ਔਰ ਸੰਪੂਰਨ ਜਿਹੜਾ ਹੈਗਾ ਰਹੱਸ ਛਿਪਿਆ ਹੋਇਆ।